सत श्री अकाल जी, मैं मुस्कान शर्मा ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੀ ਸਟੱਡੀ ਵਰਲਡ ਵੱਲੋਂ। ਰੋਜ਼ ਦੀ ਤਰ੍ਹਾਂ ਅੱਜ ਮੈਂ ਫੇਰ ਹਾਜ਼ਰ ਹਾਂ ਜੀ ਇਹ ਲਾਈਵ ਸੈਸ਼ਨ ਲੈ ਕੇ ਤੇ ਅੱਜ ਅਸੀਂ ਗੱਲ ਕਰਾਂਗੇ ਆਸਟ੍ਰੇਲੀਆ ਦੇ ਟਰੈਵਲਸ ਨੂੰ ਲੈ ਕੇ ਤੇ ਅੱਜ ਇਸ ਟੌਪਿਕ ਤੇ ਡਿਸਕਸ਼ਨ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਟੱਡੀ ਵਰਲਡ ਤੋਂ ਮਿਸਟਰ ਮਨੀਸ਼ ਗੁਪਤਾ ਸਰ। ਹੈਲੋ ਸਰ। ਸਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਹੀ ਪੁੱਛਣਾ ਚਾਹੂੰਗੀ ਕਿ ਜਿਵੇਂ ਆਸਟ੍ਰੇਲੀਆ ਦਾ ਟਰੈਵਲ ਮਾਰਚ 2020 ਤੋਂ ਬੰਦ ਹੈ ਤੇ ਇਸ ਟਾਈਮ ਤੇ ਇਹਦੀ ਕੀ ਸਿਚੁਏਸ਼ਨ ਹੈ? देखो ट्रैवल बंद है, बिल्कुल बंद है जी। खासकर उन्होंने वास्ते जिहड़े स्टूडेंट्स ने उन्होंने वास्ते बिल्कुल बंद है। कोई डिपेंडेंट वीज़ा ते जिन्हां दे कोल आया होया उन्हां दी भी बंद है। बाकी अगर कोई टूरिस्ट वीज़ा ते जाना चाहता है या विजिटर वीज़ा ते जाना चाहता है उन्हें वास्ते भी बंद है। तो ट्रैवल सिर्फ उन्होंने वास्ते खुल्ला है जिहड़े PR है ने आस्ट्रेलिया के या आस्ट्रेलियन सिटीजनस ने, तो उन्होंने वास्ते ही ट्रैवल इस टाइम ओपन है, वही जा सकते हैं। हुणी रीसेंटली पिछले हफ्ते साडा एक परमानेंट रेजिडेंसी वीज़ा जिहड़ा सीगा वो ग्रांट होया सीगा ते ਇਹਦੇ ਵਿੱਚ ਕਿਆ ਸੀਗਾ ਵੀ ਜਿਹੜਾ ਲੜਕਾ ਸੀਗਾ ਉਹਦੀ ਵਾਈਫ ਉੱਥੇ ਬੈਠੇ ਸੀਗੇ ਤੇ ਉਹ ਮੈਰਿਜ ਕਰਾ ਕੇ ਗਏ ਸੀਗੇ ਕੋਵਿਡ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਫਾਈਲ ਲੱਗੀ ਸੀਗੀ ਤੇ ਹੁਣ ਵੀਜ਼ਾ ਗ੍ਰਾਂਟ ਹੋਇਆ ਤੇ ਹੁਣ ਉਹਨਾਂ ਦੀ ਟਰੈਵਲ ਜਿਵੇਂ ਉਹਨਾਂ ਦਾ ਵੀਜ਼ਾ ਗ੍ਰਾਂਟ ਹੋਇਆ ਜਿਹੜਾ ਹੈਗਾ ਪਰਮਨੈਂਟ ਰੈਜ਼ੀਡੈਂਸੀ ਦਾ ਤੇ ਉਹਦੇ ਲਈ ਉਹਨਾਂ ਨੂੰ ਟਰੈਵਲ ਅਲਾਉਡ ਹੈ। ਬਟ ਸਟੂਡੈਂਟਸ ਨੂੰ ਗੱਲ ਕਰੀਏ ਜਿਵੇਂ ਡਿਪੈਂਡੈਂਟ ਵੀਜ਼ਾ ਨੂੰ ਲੈ ਕੇ ਟੂਰਿਸਟ ਵੀਜ਼ਾ, ਵਿਜ਼ਟਰ ਵੀਜ਼ਾ, ਬਿਜ਼ਨਸ ਵੀਜ਼ਾ, ਕਿਸੇ ਨੂੰ ਤੁਸੀਂ ਕੋਈ ਰਿਲੇਟਿਵ ਵਾਸਤੇ ਕੋਈ जाना चाहते हो या किसी भी तरीके का वीज़ा है, सारे इस टाइम ट्रैवल बंद है सारे वास्ते जी। सर जे हुण गल करिए ਜਿਹੜੇ ਬੱਚਿਆਂ ਦੇ ਵੀਜ਼ੇ ਆ ਚੁੱਕੇ ਨੇ ਤੇ ਉਹਨਾਂ ਸਟੂਡੈਂਟਸ ਨੂੰ ਆਨਲਾਈਨ ਸਟੱਡੀ ਕਰਨਾ ਮੈਂਡੇਟਰੀ ਹੈ ਜਾਂ ਉਹਨਾਂ ਦੀ ਮਰਜ਼ੀ ਹੈ? देखो ये डिपेंड करता है बच्चों ते भी ते यूनीवर्सिटी ते भी। हुण अगर तुहाडी यूनीवर्सिटी तुहानूं कहंदी है भी नहीं जी तुहानूं तां पढ़ना ही पएगा, भी ज़्यादातर यूनीवर्सिटी एक सबजैक्ट करवा रही हैं, अगर करवा भी रही हैं तो अगर यूनीवर्सिटी अगर तुहानूं जबरदस्ती करदी है भी नहीं जी तुहानूं एक सबजैक्ट पढ़ना पएगा तो नैचुरली गल है तुहानूं पढ़ना पएगा तो मैं रिकमेंड करूँगा पढ़ो। तो अगर नहीं भी पढ़ोगे तुसीं तां यूनीवर्सिटी तुहाडी COE कैंसल कर सकदी है जिहदे नाल तुहाडा वीज़ा कैंसल हो सकदा है। तो अगर तुहाडी कोई यूनीवर्सिटी नूं तुसीं रिक्वेस्ट करदे हो भी ठीक है जी असीं नहीं पढ़ना चाहते ड्यू टू वट एवर रीजन, या तुसीं इंडिया 'ਚ कोई पढ़ाई शुरू कर चुके हो ਉਹਦਾ कोई रीजन देना चाहते हो भी जी ਅਸੀਂ इंडिया 'ਚ ऑलरेडी पढ़ाई कर रहे हैं वधी तो इस करके भी ਤੁਹਾਡੇ ਕੋਲ ਉਹਦੇ ਪ੍ਰੂਫ है तो ਉਹ यूनीवर्सिटी ਤੁਸੀਂ ਭੇਜ ਕੇ ਤੇ यूनीवर्सिटी अगर ਮੰਨਦੀ है भी ठीक है ਤੁਹਾਨੂੰ ऑनलाइन पढ़न की लोड़ नहीं हैगी तो दैट इज़ क्वाइट पॉसिबल। काफ़ी यूनीवर्सिटीज़ हैगियां, मैं कहूँगा मोर दैन 50% यूनीवर्सिटीज़ इस टाइम ਤੇ ਹੈਗੀਆਂ ਜਿਹੜੀਆਂ ਡੈਫਰ ਕਰ ਰਹੀਆਂ ਤੇ ਬਥੇਰੀ यूनीवर्सिटीज़ ਤੇ ਬਥੇਰੇ ਕਾਲਜਿਸ ਐਸੇ ਹੈ ਜਿਹੜੇ ਬੱਚਿਆਂ ਨੂੰ ਡੈਫਰ ਨਹੀਂ ਕਰ ਰਹੇ ਤੇ ਉਹਨਾਂ ਨੂੰ ਇੱਕ ਸਮੈਸਟਰ ਜਿਹੜਾ ਹੈਗਾ ਇੱਕ ਸਮੈਸਟਰ ਦੇ ਵਿੱਚ ਇੱਕ ਸਬਜੈਕਟ ਜਿਹੜਾ ਪੜ੍ਹਨ ਦੀ ਵੀ ਉਹਨਾਂ ਨੂੰ ਕਿਹਾ ਗਿਆ ਵੀ ਤੁਹਾਨੂੰ ਪੜ੍ਹਨਾ ਪਏਗਾ। ਖਾਸ ਕਰ ਉਹ ਬੱਚਿਆਂ ਦੀ ਗੱਲ ਕਰਨਾ ਚਾਹੂੰਗਾ ਜਿਹੜੇ 2018 ਪਾਸ ਆਊਟ ਸੀ, 2019 ਪਾਸ ਆਊਟ ਸੀਗੇ, ਉਸ ਤੋਂ ਬਾਅਦ ਉਹਨਾਂ ਦਾ ਵੀਜ਼ਾ ਗ੍ਰਾਂਟ ਹੋਇਆ ਸੀਗਾ ਤੇ ਉਹਨਾਂ ਦੀ ਇੰਪੋਰਟੈਂਟ ਹੈਗਾ ਵੀ ਉਹ ਅਗਰ ਆਨਲਾਈਨ ਪੜ੍ਹ ਦੇਣ। ਬਟ ਅਗਰ ਗੱਲ ਕਰੀਏ ਆਪਾਂ ਜਿਹੜੇ 2020 ਪਾਸ ਆਊਟ ਹੈਗੇ ਨੇ ਅਗਰ ਉਹ ਕਿਸੇ ਨਾ ਕਿਸੇ ਕਾਰਨ ਵੀ ਅਗਰ ਡੈਫਰ ਕਰਨਾ ਚਾਹੁੰਦੇ ਨੇ ਜਾਂ ਕਰ ਸਕਦੇ ਨੇ ਤਾਂ ਉਹਨਾਂ ਨੂੰ ਜ਼ਰੂਰ ਕਰ ਦੇਣਾ ਚਾਹੀਦਾ ਹੈ ਜੀ। ਸਰ ਜੇ ਹੁਣ ਗੱਲ ਕਰੀਏ ਜਿਹੜੇ ਸਟੂਡੈਂਟਸ ਆਨਲਾਈਨ ਸਟੱਡੀ ਕਰਨਾ ਨਹੀਂ ਚਾਹੁੰਦੇ ਤੇ ਉਹਨਾਂ ਸਟੂਡੈਂਟਸ ਲਈ ਸਰ ਕਿਹੜੇ ਆਪਸ਼ਨਸ ਇਸ ਟਾਈਮ ਤੇ ਅਵੇਲੇਬਲ ਨੇ? देखो ਜਿਹੜੇ ਬੱਚੇ ਆਨਲਾਈਨ ਨਹੀਂ ਪੜ੍ਹਨਾ ਚਾਹੁੰਦੇ ਹੈਗੇ ਤੇ ਉਹਨਾਂ ਦੀ ਇਹੀ ਹੈ ਵੀ ਆਪਣੀ ਯੂਨੀਵਰਸਿਟੀ ਨੂੰ ਜਲਦੀ ਤੋਂ ਜਲਦੀ ਕੰਟੈਕਟ ਕਰੋ, ਉਹਨਾਂ ਨੂੰ ਈਮੇਲ ਕਰੋ, ਉਹਨਾਂ ਨੂੰ ਰੀਜ਼ਨਿੰਗ ਦਿਓ ਵੀ ਤੁਸੀਂ ਕਿਉਂ ਨਹੀਂ ਆਨਲਾਈਨ ਪੜ੍ਹਨਾ ਚਾਹੁੰਦੇ ਤੇ ਉਹਨਾਂ ਨੂੰ ਚਾਹੀਦਾ ਵੀ ਅਗਲਾ ਜਿਹੜਾ ਤੁਹਾਡਾ ਜਿਹੜੀ ਪੜ੍ਹਾਈ ਹੈਗੀ ਉਹ ਡੈਫਰ ਕਰਵਾ ਦਿੱਤੀ ਜਾਏ। ਵੀ ਹੁਣ ਜਿਹੜਾ ਅਗਲਾ ਇਨਟੇਕ ਹੈਗਾ ਜੁਲਾਈ ਇਨਟੇਕ ਹੈ ਜ਼ਿਆਦਾਤਰ ਯੂਨੀਵਰਸਿਟੀਜ਼ ਕਾਲਜ ਦੇ ਵਿੱਚ ਤੇ ਫੈਬਰੀ ਇਨਟੇਕ ਨਿਕਲ ਚੁੱਕਿਆ, ਜ਼ਿਆਦਾਤਰ ਬੱਚਿਆਂ ਦੇ ਡੈਫਰ ਹੋ ਚੁੱਕੇ ਹੈ ਜਾਂ ਹੋਣ ਵਾਲੇ ਹੋਣੇ ਆ। ਤੇ ਜਿਹੜੇ ਬੱਚੇ ਲਾਈਕ ਫॉर ਐਗਜ਼ਾਮਪਲ ਮਾਰਚ ਇਨਟੇਕ ਦੇ ਸੀਗੇ ਜਾਂ ਕਈ ਯੂਨੀਵਰਸਿਟੀਆਂ ਮਈ ਇਨਟੇਕ ਵੀ ਆਫਰ ਕਰਦੀਆਂ ਤੇ ਇਹਨਾਂ ਨੂੰ ਕਿਤੇ ਨਾ ਕਿਤੇ ਦਿੱਕਤ ਆਏਗੀ ਤੇ ਬੱਚਿਆਂ ਨੂੰ ਪਹਿਲਾਂ ਹੀ ਤਿਆਰੀ ਕਰ ਦੇਣੀ ਚਾਹੀਦੀ ਹੈ। ਕੋਈ ਨਾ ਕੋਈ ਉਹਨਾਂ ਕੋਲ ਰੀਜ਼ਨ ਹੋਣਾ ਚਾਹੀਦਾ ਹੈ, ਕੋਈ ਸਟਰੋਂਗ ਰੀਜ਼ਨ ਵੀ ਕਿਉਂ ਨਹੀਂ ਆਨਲਾਈਨ ਪੜ੍ਹਨਾ ਚਾਹੁੰਦੇ ਤੁਸੀਂ ਤੇ ਕੋਈ ਤੁਸੀਂ ਇੰਡੀਆ 'ਚ ਪੜ੍ਹਾਈ ਲੈ ਚੁੱਕੇ ਹੋ ਜਾਂ ਕੋਈ ਘਰੇ ਬਿਮਾਰ ਹੈ ਤੁਹਾਡੇ ਜਾਂ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਹੈ ਲਾਈਕ ਜਿਹਨੂੰ ਕਹਿੰਦੇ ਵੀ ਮੈਡੀਕਲੀ ਕੋਈ ਪ੍ਰੋਬਲਮ ਹੈਗੀ ਹੈ ਜਾਂ ਤੁਹਾਡੇ ਏਰੀਆ 'ਚ ਨੈਟਵਰਕ ਸਹੀ ਨਹੀਂ ਚੱਲਦਾ, ਆਨਲਾਈਨ ਪੜ੍ਹਾਈ ਦਾ ਕੋਈ ਸਿਸਟਮ ਨਹੀਂ ਚੱਲਦਾ, ਕੁਛ ਨਾ ਕੁਛ ਤੁਹਾਡੇ ਕੋਲ ਸਟਰੋਂਗ ਰੀਜ਼ਨ ਹੋਣੇ ਚਾਹੀਦੇ ਤਾਂ ਹੀ ਯੂਨੀਵਰਸਿਟੀ ਤੁਹਾਨੂੰ ਡੈਫਰ ਕਰੇਗੀ, ਅਦਰਵਾਈਜ਼ ਡੈਫਰ ਨਹੀਂ ਕਰੇਗੀ। ਸਰ ਜਿਹੜੇ ਬੱਚੇ ਹੁਣ ਆਸਟ੍ਰੇਲੀਆ ਸਟੱਡੀ ਵੀਜ਼ਾ ਅਪਲਾਈ ਕਰਵਾਉਣਾ ਚਾਹੁੰਦੇ ਨੇ ਤੇ ਉਹਨਾਂ ਸਟੂਡੈਂਟਸ ਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਦੇਣਾ ਚਾਹੀਦਾ ਹੈ? ਦੇਖੋ ਪਹਿਲੀ ਗੱਲ ਤਾਂ ਇਹ ਚੀਜ਼ ਤੁਸੀਂ ਧਿਆਨ ਰੱਖੋ ਦਿਮਾਗ 'ਚ ਵੀ ਪਹਿਲਾਂ ਗੱਲ ਦਿਮਾਗ 'ਚ ਕਲੀਅਰ ਰੱਖੋ ਵੀ ਅਗਰ ਯੂਨੀਵਰਸਿਟੀ ਤੁਹਾਨੂੰ ਆਨਲਾਈਨ ਪੜ੍ਹਨ ਨੂੰ ਕਹਿੰਦੀ ਹੈ ਤੇ ਤੁਸੀਂ ਪੜ੍ਹਨ ਨੂੰ ਤਿਆਰ ਹੋ ਕਿ ਨਹੀਂ ਹੈਗੇ। ਅਗਰ ਤੁਸੀਂ ਆਨਲਾਈਨ ਪੜ੍ਹਨ ਨੂੰ ਤਿਆਰ ਨਹੀਂ ਹੈਗੇ ਤੇ ਉਹ ਯੂਨੀਵਰਸਿਟੀ ਜਿਹੜੀ ਤੁਹਾਨੂੰ ਐਡਮਿਸ਼ਨ ਮਿਲ ਰਹੀ ਹੈ ਤੇ ਉਹ ਕਹਿ ਰਹੀ ਹੈ ਵੀ ਆਨਲਾਈਨ ਪੜ੍ਹਨਾ ਪਏਗਾ ਤਾਂ ਫਿਰ ਇਹ ਗੱਲ ਤੁਸੀਂ ਆਪਦੇ ਕੰਸਲਟੈਂਟ ਤੇ ਨਹੀਂ ਪਾ ਸਕਦੇ, ਇਹ ਤੁਹਾਨੂੰ ਪਹਿਲਾਂ ਅਵੇਅਰ ਹੋਣਾ ਪਏਗਾ। ਦੂਸਰੀ ਗੱਲ ਇਹ ਹੈ ਵੀ ਅਗਰ ਤੁਸੀਂ ਨਹੀਂ
ਨਹੀਂ ਆਨਲਾਈਨ ਪੜ੍ਹਨਾ ਚਾਹੁੰਦੇ ਤਾਂ ਪਹਿਲਾਂ ਹੀ ਯੂਨੀਵਰਸਿਟੀ ਐਸੀਆਂ ਚੂਜ਼ ਕਰੋ ਜਿਹੜੀਆਂ ਆਨਲਾਈਨ ਨਹੀਂ ਪੜ੍ਹਾਉਂਦੀਆਂ ਹੈਗੀਆਂ, ਜਾਂ ਜਿਨ੍ਹਾਂ ਦਾ ਕੋਈ ਐਸਾ ਪਲਾਨ ਨਹੀਂ ਹੈਗਾ ਵੀ ਆਨਲਾਈਨ ਤੁਹਾਨੂੰ ਪੜ੍ਹਾਉਣ 'ਚ। ਤੇ ਬਾਕੀ ਮੈਂ ਇਹੀ ਰਿਕਮੈਂਡ ਕਰੂੰਗਾ ਵੀ ਦੇਖੋ, ਇੱਕ ਸਬਜੈਕਟ ਪੜ੍ਹਨਾ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਵੀ 4 ਸਬਜੈਕਟ ਹੁੰਦੇ ਨੇ ਬੱਚਿਆਂ ਦੇ ਇੱਕ ਸਮੈਸਟਰ ਦੇ ਵਿੱਚ, ਵੀ ਇੱਕ ਸਾਲ ਦੇ ਵਿੱਚ 8 ਸਬਜੈਕਟ ਹੁੰਦੇ ਨੇ ਬੱਚੇ ਨੂੰ ਪੜ੍ਹਨ ਵਾਲੇ ਵੈਸੇ ਨਾਰਮਲ ਸਿਚੁਏਸ਼ਨ 'ਚ। ਅਗਰ ਉਹਨਾਂ ਵਿੱਚੋਂ 2 ਸਬਜੈਕਟ ਅਗਰ ਬੱਚਾ ਪੜ੍ਹ ਵੀ ਦੇਗਾ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ। ਇਹਦੇ ਨਾਲ ਇੱਕ ਤਾਂ ਇਹ ਹੈ ਵੀ ਤੁਹਾਡਾ ਵੀਜ਼ਾ ਜਿਹੜਾ ਬਚਿਆ ਰਹੇਗਾ, ਦੂਜੀ ਗੱਲ ਹੈ ਵੀ ਇੱਥੇ ਜਿਹੜਾ ਟਾਈਮ ਵੇਸਟ ਹੋਣ ਵਾਲੀ ਗੱਲ ਨਹੀਂ ਰਹੇਗੀ, ਤੇ ਤੀਸਰੀ ਗੱਲ ਇਹ ਹੈ ਵੀ ਉੱਥੇ ਜਾ ਕੇ ਜਦ ਤੁਸੀਂ ਉੱਥੇ ਜਾਂਦੇ ਹੋ ਤੁਹਾਡੇ ਨਾਲ ਥੋੜਾ ਈਜ਼ੀ ਹੋ ਜਾਏਗਾ ਵੀ ਕੁਝ ਪੜ੍ਹਾਈ ਤੁਸੀਂ ਕਰ ਚੁੱਕੇ ਹੋਵੋਗੇ, ਕੁਝ ਜਿਹੜਾ ਤੁਹਾਨੂੰ ਸਟਾਈਲ ਪਤਾ ਲੱਗ ਜਾਏਗਾ ਪੜ੍ਹਨ ਦਾ, ਤੇ ਇੱਕ ਸਬਜੈਕਟ ਪੜ੍ਹਨਾ ਕੋਈ ਬਹੁਤ ਵੱਡਾ ਮੈਟਰ ਨਹੀਂ ਕਰਦਾ ਹੈਗਾ। ਤੇ ਇਹ ਚੀਜ਼ ਦਾ ਤੁਹਾਨੂੰ ਕੱਲ ਨੂੰ ਆਉਣ ਵਾਲੇ ਟਾਈਮ 'ਚ ਬੈਨੀਫਿਟ ਮਿਲੇਗਾ ਹੀ ਮਿਲੇਗਾ। ਤਾਂ ਕੱਲ ਨੂੰ ਜਦ ਤੁਹਾਡਾ ਵੀਜ਼ਾ ਸ਼ਾਰਟ ਰਹਿ ਜਾਏਗਾ, ਜਿਹੜਾ ਜਿਵੇਂ ਤੁਸੀਂ ਟਰੈਵਲ ਕਰਦੇ ਹੋ ਤੇ ਪਿੱਛੇ ਵੀਜ਼ਾ ਘਟ ਗਿਆ ਤੁਹਾਡਾ, ਤੇ ਉਹ ਵੀ ਤੁਹਾਡਾ ਜਿਹੜਾ ਹੈਗਾ ਐਮਬੈਸੀ ਤੁਹਾਨੂੰ ਲਾਈਕ ਜਿਹੜਾ ਹੈਗਾ ਵੀ ਅੱਗੇ ਜੋੜ ਕੇ ਤੁਹਾਨੂੰ ਵੀਜ਼ਾ ਦੇਏਗੀ ਤੇ ਤੁਹਾਨੂੰ ਐਕਸਟੈਂਡ ਕਰੇਗੀ ਉਹ ਵੀਜ਼ਾ ਵੀ ਤੁਹਾਡਾ। ਇਸ ਕਰਕੇ ਇਹ ਚੀਜ਼ ਦਾ ਧਿਆਨ ਰੱਖੋ ਵੀ ਜਾਂ ਤਾਂ ਬਿਲਕੁਲ ਹੀ ਤੁਸੀਂ ਸੋਚ ਕੇ ਜਦੋਂ ਵੀ ਆਨਲਾਈਨ ਨਹੀਂ ਪੜ੍ਹਨਾ ਤੇ ਯੂਨੀਵਰਸਿਟੀ ਐਸੀ ਹੀ ਲੈ ਕੇ ਚਲੋ ਜਿਹੜੀ ਤੁਹਾਨੂੰ ਆਨਲਾਈਨ ਨਾ ਪੜ੍ਹਨ ਨੂੰ ਕੋਈ ਜ਼ਬਰਦਸਤੀ ਨਹੀਂ ਕਰਦੀ। ਐਸੀਆਂ ਵੀ ਕੁਝ ਯੂਨੀਵਰਸਿਟੀਆਂ ਹੈ ਕਿਤੇ ਲੋਕੇਸ਼ਨ 'ਚ ਹੈਗੀਆਂ ਯੂਨੀਵਰਸਿਟੀਜ਼, ਬਟ ਜ਼ਿਆਦਾ ਯੂਨੀਵਰਸਿਟੀਜ਼ ਐਸੀਆਂ ਨਹੀਂ ਹੈਗੀਆਂ ਜਿਵੇਂ ਪ੍ਰੋਮਿਨੈਂਟ ਲੋਕੇਸ਼ਨ ਦੀ ਗੱਲ ਕਰੀਏ ਤਾਂ ਆਪਾਂ। ਜੀ ਸਰ, ਟਰੈਵਲ ਕਦੋਂ ਤੱਕ ਖੁੱਲਣ ਦੀ ਉਮੀਦ ਹੈ? ਦੇਖੋ, ਬਹੁਤ ਵਧੀਆ ਕੁਐਸਚਨ ਹੈ ਜੀ ਕਿ ਟਰੈਵਲ ਉਮੀਦ ਸੀਗੀ ਇਸ ਸਾਲ ਵੀ ਜੂਨ ਜੁਲਾਈ ਤੱਕ ਓਪਨ ਹੋਣ ਦੀ ਉਮੀਦ ਸੀਗੀ, ਬਟ ਸਿੰਸ ਜਿਹੜੇ ਇੰਡੀਆ ਦੇ ਕੇਸਿਸ ਜਿਹੜੇ ਕੋਰੋਨਾ ਵਾਇਰਸ ਦੇ ਕੇਸਿਸ ਬਹੁਤ ਜ਼ਿਆਦਾ ਵੱਧ ਚੁੱਕੇ ਨੇ ਤੇ ਇਸ ਕਰਕੇ ਵੀ ਹੁਣ ਇਹ ਚੀਜ਼ ਦੀ ਡਿਲੇ ਹੋਏਗੀ ਤੇ ਹੋ ਵੀ ਗਈ ਹੈ। ਹੁਣ ਆਪਾਂ ਯੂਕੇ ਦੇ ਦੇਖੀਏ, ਯੂਕੇ ਨੇ ਇੰਡੀਆ ਨੂੰ ਰੈੱਡ ਜ਼ੋਨ 'ਚ ਪਾਤਾ, ਕੈਨੇਡਾ ਨੇ ਆਪਣੀ VFS ਬੰਦ ਕਰਕੇ ਸਾਰੀ ਪ੍ਰੋਸੈਸਿੰਗ ਰੋਕਤੀ ਹੈ ਤੇ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ 'ਚ ਟਰੈਵਲ ਵੀ ਬੰਦ ਕਰ ਦੇਣਗੇ ਇੰਡੀਆ ਤੋਂ। ਤੇ ਆਸਟ੍ਰੇਲੀਆ ਨੇ ਕੀ ਕੀਤਾ ਵੀ ਜਿਹੜੀਆਂ ਫਲਾਈਟਸ ਇਸ ਟਾਈਮ ਚੱਲ ਰਹੀਆਂ ਸੀਗੀਆਂ ਵੀ ਜਿਹੜੇ ਉਹਨਾਂ ਦੇ ਆਸਟ੍ਰੇਲੀਅਨ ਸਿਟੀਜ਼ਨਸ ਤੇ ਜਿਹੜੇ ਪਰਮਨੈਂਟ ਰੈਜ਼ੀਡੈਂਸ ਵਾਸਤੇ ਜਿਹੜੀਆਂ ਫਲਾਈਟਾਂ ਚੱਲ ਰਹੀਆਂ ਸੀਗੀਆਂ ਉਹਦੀ ਵੀ ਕਟੌਤੀ ਕਰਕੇ ਉਹਨਾਂ ਨੇ 30% ਕਟੌਤੀ ਕੀਤੀ ਹੈ ਉਹਨਾਂ ਦੀ ਵੀ ਮੰਥਲੀ ਬੇਸਿਸ ਤੇ ਵੀ ਜਿਹੜੀਆਂ ਫਲਾਈਟਸ ਘਟਾਈਆਂ ਵਜਾਏ ਕਿ ਵਧਾਉਣ ਤੋਂ, ਸਿਰਫ ਇਸ ਕਾਰਨ ਵੀ ਇੰਡੀਆ 'ਚ ਕੇਸਿਸ ਵੱਧ ਗਏ ਨੇ। ਤੇ ਇਸ ਕਰਕੇ ਬੱਚੇ ਉਮੀਦ ਰੱਖਣ ਵੀ ਜੁਲਾਈ ਤੋਂ ਬਾਅਦ ਹੀ ਟਰੈਵਲ ਓਪਨ ਹੋਣ ਦੀ ਉਮੀਦ ਹੈਗੀ ਹੈ। ਹੁਣ ਤੁਸੀਂ ਅਗਰ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਜੁਲਾਈ ਇਨਟੇਕ ਨੂੰ ਟਾਰਗੇਟ ਲੈ ਕੇ ਚਲੋ ਤੇ ਯੂਨੀਵਰਸਿਟੀ ਕਾਲਜ ਐਸਾ ਦੇਖ ਲਓ, ਜਾਂ ਤਾਂ ਜਿਹੜਾ ਆਨਲਾਈਨ ਨਹੀਂ ਪੜ੍ਹਾਉਂਦਾ ਵੀ ਤੁਸੀਂ ਡਾਇਰੈਕਟ ਤੁਹਾਨੂੰ ਅਗਲੇ ਫਰਵਰੀ ਇਨਟੇਕ ਵਾਸਤੇ ਡੈਫਰ ਕਰ ਦੇ, ਜਾਂ ਫਿਰ ਅਗਰ ਤੁਹਾਡਾ ਕੇਸ ਜਿਵੇਂ ਲਟਕ ਰਿਹਾ ਜਿਹਨੂੰ ਕਹਿੰਦੇ ਵੀ ਅਗਰ ਤੁਸੀਂ 20 ਪਾਸ ਆਊਟ ਹੋ ਤੇ ਹੁਣ ਤੁਸੀਂ ਅਪਲਾਈ ਕਰ ਲਓਗੇ ਤਾਂ ਕੋਈ ਦਿੱਕਤ ਨਹੀਂ ਆਏਗੀ, ਬਟ ਅਗਰ ਤੁਸੀਂ ਇਹਨੂੰ ਡਿਲੇ ਕਰਕੇ ਵੀ ਅਗਰ ਵੇਟ ਕਰੋਗੇ ਵੀ ਫੈਬਰੀ ਤੱਕ ਵੇਟ ਕਰ ਦਈਏ ਨੈਕਸਟ ਈਅਰ, ਤਾਂ ਤੁਹਾਨੂੰ ਵੀਜ਼ੇ 'ਚ ਕਿਤੇ ਨਾ ਕਿਤੇ ਦਿੱਕਤ ਆਏਗੀ। ਜਿਵੇਂ ਹੁਣ 2019 ਪਾਸ ਆਊਟ ਦੀ ਗੱਲ ਕਰੀਏ, ਜਿਨ੍ਹਾਂ ਨੇ +2 2019 'ਚ ਕੀਤੀ ਸੀਗੀ ਤੇ ਹੁਣ ਅਪਲਾਈ ਕਰ ਰਹੇ ਸੀ ਵੀਜ਼ਾ, ਉਹਨਾਂ ਨੂੰ ਕਿਤੇ ਨਾ ਕਿਤੇ ਵੀਜ਼ੇ 'ਚ ਦਿੱਕਤ ਆ ਰਹੀ ਹੈ। ਵੀਜ਼ਾ ਜਿਹੜਾ ਹੈਗਾ ਰਿਜੈਕਸ਼ਨ ਰੇਟ ਬਹੁਤ ਹਾਈ ਹੈ 2019 ਵਾਲਿਆਂ ਵਾਸਤੇ। ਇਸ ਕਰਕੇ ਤੁਹਾਨੂੰ ਦੋਨੋਂ ਚੀਜ਼ਾਂ ਦੀ ਇੱਕ ਚੀਜ਼ ਚੂਜ਼ ਕਰਨੀ ਪਏਗੀ ਵੀ ਤੁਹਾਨੂੰ ਵੀਜ਼ਾ ਚਾਹੀਦਾ ਹੈ ਜਾਂ ਤੁਸੀਂ ਆਨਲਾਈਨ ਨਹੀਂ ਪੜ੍ਹਨਾ ਚਾਹੁੰਦੇ, ਦੋਨੋਂ 'ਚ ਇੱਕ ਚੀਜ਼ ਤੁਹਾਨੂੰ ਚੂਜ਼ ਕਰਨੀ ਪਏਗੀ। ਤੇ ਮੈਂ ਇਹੀ ਕਹੂੰਗਾ ਵੀ ਅਗਰ ਇੱਕ ਸਬਜੈਕਟ ਤੁਹਾਨੂੰ ਕੋਈ ਪੜ੍ਹਾ ਰਿਹਾ ਹੈ, ਮੈਂ ਕਹੂੰਗਾ ਕਾਲਜ 'ਚ ਲਓ ਬਜਾਏ ਕਿ ਯੂਨੀਵਰਸਿਟੀ 'ਚ ਐਡਮਿਸ਼ਨ ਲੈਂਦੇ, ਕਾਲਜ 'ਚ ਲੈ ਲਓ। ਕਾਲਜ ਦੀ ਉਹ ਵੀ ਪੜ੍ਹਾਈ ਸਸਤੀ ਹੈ। ਜਿਵੇਂ ਹੁਣ ਅਸੀਂ ਗੱਲ ਕਰੀਏ ਵੀ ਸਾਡੇ ਕੋਲ ਕੁਝ ਆਪਸ਼ਨਸ ਐਸੀਆਂ ਹੈ ਵੀ ਇੱਕ ਸਮੈਸਟਰ ਦੀ ਫੀਸ ਜਿਹੜੀ ਹੈ 3.5 ਪੌਣੇ 4 ਲੱਖ ਰੁਪਏ ਦੀ ਰੇਂਜ ਵਿੱਚ ਆ ਰਹੀ ਹੈ ਬੱਚੇ ਦੀ, +2 ਵਾਲੇ ਬੱਚਿਆਂ ਵਾਸਤੇ ਵੀ ਬੈਚਲਰ ਡਿਗਰੀ ਵਾਸਤੇ। ਤੇ ਉਹਦੇ ਵਿੱਚ ਅਗਰ ਬੱਚਾ ਪੜ੍ਹ ਵੀ ਜਾਂਦਾ ਅਪਰੋਕਸੀਮੇਟਲੀ ਵੀ ਇੱਕ ਸਬਜੈਕਟ ਪੜ੍ਹ ਜਾਂਦਾ ਤਾਂ ਉਹਦੀ ਕਾਸਟਿੰਗ ਕੁਝ ਵੀ ਨਹੀਂ ਹੁੰਦੀ ਹੈਗੀ, ਉਹਦੀ ਲੱਖ ਰੁਪਏ ਵੀ ਕਾਸਟ ਨਹੀਂ ਆਉਂਦੀ ਹੈਗੀ ਪੜ੍ਹਨ ਦੀ ਉਹਨੂੰ ਵੀ ਇੱਕ ਸਬਜੈਕਟ ਪੜ੍ਹਨ ਨੂੰ। ਤੇ ਕੋਈ ਬਹੁਤ ਵੱਡਾ ਮਾਮਲਾ ਨਹੀਂ ਹੈਗਾ ਵੀ ਪਹਿਲਾਂ ਹੀ ਅਗਰ ਤੁਸੀਂ ਘੱਟ ਫੀਸ ਲੈ ਕੇ ਚੱਲ ਰਹੇ ਹੋ ਐਡਮਿਸ਼ਨ ਦੇ ਵਿੱਚ ਟਾਈਮ ਦੇ ਵਿੱਚ ਤੇ ਉਹਦੇ ਵਿੱਚ ਤੁਹਾਨੂੰ ਸਕਾਲਰਸ਼ਿਪ ਵੀ ਅਗਰ ਮਿਲ ਜਾਂਦੀ ਹੈ, ਫਿਰ ਉਹਦੇ ਵਿੱਚ ਇੱਕ ਸਬਜੈਕਟ ਪੜ੍ਹਨਾ ਹੀ ਪੈ ਗਿਆ ਤਾਂ ਆਲਮੋਸਟ ਸੋਚੋ ਵੀ ਫ੍ਰੀ 'ਚ ਹੀ ਪੜ੍ਹ ਰਹੇ ਹੋ, ਕੋਈ ਇੰਨੀ ਵੱਡੀ ਗੱਲ ਨਹੀਂ ਹੈਗੀ। ਬਜਾਏ ਕਿ ਤੁਸੀਂ ਫੀਸਾਂ ਜਿਹੜੀਆਂ ਹੈਗੀਆਂ ਤੁਸੀਂ 8-9 ਲੱਖ ਰੁਪਏ ਲੈ ਕੇ ਜਾ ਰਹੇ ਹੋ ਤੇ ਉਹਦੇ ਵਿੱਚੋਂ ਅਗਰ ਤੁਹਾਨੂੰ ਪੜ੍ਹਨਾ ਪੈ ਜਾਏ ਇੱਕ ਸਮੈਸਟਰ ਇੱਕ ਸਬਜੈਕਟ ਤਾਂ 2-2.5 ਲੱਖ ਰੁਪਏ ਦਾ ਇੱਕ ਸਬਜੈਕਟ ਹੋ ਗਿਆ। ਨਹੀਂ ਤਾਂ ਸਸਤੇ ਕਾਲਜਾਂ 'ਚ ਤੁਸੀਂ ਜਾਂਦੇ ਹੋ, ਖਾਸ ਕਰ +2 ਵਾਲੇ ਬੱਚੇ, ਤੇ ਉਹਨਾਂ ਨੂੰ ਇਹੀ ਰਹੇਗਾ ਵੀ ਸਹੀ ਰਹੇਗਾ ਉਹਨਾਂ ਵਾਸਤੇ ਵੀ +2 ਤੁਸੀਂ ਕਾਲਜ ਵਾਲੇ ਕਿਸੇ ਕਾਲਜ 'ਚ ਤੁਸੀਂ ਅਪਲਾਈ ਕਰੋ ਬੈਚਲਰ ਡਿਗਰੀ, ਸਸਤੀ ਉੱਥੇ ਡਿਗਰੀ ਵੈਸੀ ਹੁੰਦੀ ਹੈ ਤੇ ਇੱਕ ਸਬਜੈਕਟ ਤੁਹਾਨੂੰ ਲੱਖ ਰੁਪਏ ਤੋਂ ਵੱਧ ਨਹੀਂ ਪਏਗਾ। ਤੇ ਉਹੀ ਤੁਸੀਂ ਜੁਲਾਈ ਤੋਂ ਲੈ ਕੇ ਜਿਵੇਂ ਫੈਬਰੀ ਇਨਟੇਕ ਤੱਕ ਵੀ ਇੱਕ ਸਮੈਸਟਰ ਤੁਸੀਂ ਲਗਾ ਲਓ ਵੀ ਤੁਸੀਂ 1 ਲੱਖ ਰੁਪਏ 'ਚ ਕੱਢ ਦਿੰਦੇ ਹੋ ਤੇ ਉਸ ਤੋਂ ਬਾਅਦ ਤਦ ਤੱਕ ਟਰੈਵਲ ਜਿਹੜਾ ਹੈਗਾ ਸ਼ੁਰੂ ਹੋ ਜਾਏਗਾ ਤੇ ਜਿਹੜੀ ਬਾਕੀ 3 ਸਬਜੈਕਟ ਹੈ ਤੁਸੀਂ ਉੱਥੇ ਜਾ ਕੇ ਪੜ੍ਹ ਸਕਦੇ ਹੋ ਵੀ ਕੋਈ ਤੁਹਾਨੂੰ ਵਿੱਚ ਦੀ ਫੀਸ ਭਰਨ ਦੀ ਲੋੜ ਨਹੀਂ, ਕੋਈ ਇਹ ਨਹੀਂ ਹੈਗਾ ਵੀ ਜਾਂਦੇ ਸਾਰ ਤੁਹਾਡੇ ਤੋਂ ਕੋਈ ਫੀਸ ਮੰਗੇਗਾ। ਇਸ ਕਰਕੇ ਇਹ ਚੀਜ਼ ਤੁਹਾਡੇ ਵਾਸਤੇ ਸੂਟੇਬਲ ਹੈਗੀ ਹੈ, ਖਾਸ ਕਰ 20 ਪਾਸ ਆਊਟ ਵਾਲਿਆਂ ਬੱਚਿਆਂ ਵਾਸਤੇ ਇੱਕ ਸਹੀ ਟਾਈਮ ਹੈਗਾ ਅਪਲਾਈ ਕਰਨ ਦਾ, ਕਿਉਂਕਿ ਇਸ ਟਾਈਮ 20 ਪਾਸ ਆਊਟ ਜਿਹੜੇ +2 ਖਾਸ ਕਰ ਬੱਚੇ ਉਹਨਾਂ ਨੂੰ ਵੀਜ਼ਾ ਬਹੁਤ ਵਧੀਆ ਤਰੀਕੇ ਨਾਲ ਦਿੱਤਾ ਜਾ ਰਿਹਾ। ਜੀ ਸਰ, ਜੇ ਹੁਣ ਆਪਾਂ ਗੱਲ ਕਰੀਏ ਇਨਟੇਕਸ ਨੂੰ ਲੈ ਕੇ ਤੇ ਜਿਹੜੇ ਸਟੂਡੈਂਟਸ ਹੁਣ ਅਪਕਮਿੰਗ ਅਪਲਾਈ ਕਰਵਾਉਣਾ ਚਾਹੁੰਦੇ ਨੇ ਆਸਟ੍ਰੇਲੀਆ ਸਟੱਡੀ ਵੀਜ਼ਾ, ਤੇ ਉਹਨਾਂ ਸਟੂਡੈਂਟਸ ਨੂੰ ਕਿਹੜਾ ਇਨਟੇਕ ਇਸ ਟਾਈਮ ਤੇ ਟਾਰਗੇਟ ਕਰਨਾ ਚਾਹੀਦਾ? ਦੇਖੋ, ਇਨਟੇਕ ਅਵੇਲੇਬਲ ਜਿਹੜਾ ਨੈਕਸਟ ਹੈਗਾ ਉਹ ਹੈਗਾ ਜੁਲਾਈ ਇਨਟੇਕ ਆ ਜਾਂਦਾ ਜੀ। ਜੁਲਾਈ ਇਨਟੇਕ ਤੋਂ ਬਾਅਦ ਨਵੰਬਰ ਇਨਟੇਕ ਆ ਗਿਆ, ਨਵੰਬਰ ਤੋਂ ਬਾਅਦ ਫੈਬਰੀ ਇਨਟੇਕ ਆ ਗਿਆ। ਤੇ ਅਗਰ ਤੁਸੀਂ ਬਿਲਕੁਲ ਯਾਨੀ ਕਿ ਤੁਹਾਡਾ ਕੇਸ ਤਿਆਰ ਹੈਗਾ ਬਿਲਕੁਲ ਅਪਲਾਈ ਕਰਨ
ਚ ਮੈਂ ਕਹੂੰਗਾ ਜੁਲਾਈ ਇਨਟੇਕ ਅਪਲਾਈ ਕਰੋ। ਤੇ ਕਈ ਕਾਲਜ ਡੈਫਰ ਵੀ ਕਰ ਦਿੰਦੇ ਨੇ, ਤੁਸੀਂ ਡੈਫਰ ਕਰਾ ਕੇ ਫੈਬਰੀ ਇਨਟੇਕ ਕਰਵਾ ਸਕਦੇ ਹੋ, ਨਹੀਂ ਤਾਂ ਜੁਲਾਈ ਇਨਟੇਕ ਸ਼ੁਰੂ ਕਰਕੇ ਤੁਸੀਂ ਇੱਕ ਸਬਜੈਕਟ ਪੜ੍ਹ ਕੇ ਤੁਸੀਂ ਵੀ ਅਗਲਾ ਸਮੈਸਟਰ ਜਿਹੜਾ ਹੈਗਾ ਫੈਬਰੀ ਇਨਟੇਕ ਦਾ ਬੰਦ ਹੈ ਤੇ ਉਹ ਤੁਸੀਂ ਉੱਥੇ ਜਾ ਕੇ ਪੜ੍ਹ ਸਕਦੇ ਹੋ। ਇਸ ਕਰਕੇ ਵੀ ਡਿਪੈਂਡਿੰਗ ਔਨ ਯੋਰ ਸਿਚੁਏਸ਼ਨ ਵੀ ਜੁਲਾਈ ਇਨਟੇਕ ਜਿਹੜਾ ਹੈਗਾ ਜ਼ਿਆਦਾਤਰ ਕਾਲਜਿਸ ਜ਼ਿਆਦਾਤਰ ਯੂਨੀਵਰਸਿਟੀਜ਼ ਆਫਰ ਕਰਦੀਆਂ, ਇਸ ਕਰਕੇ ਉਹ ਤੁਹਾਨੂੰ ਬੈਨੀਫੀਸ਼ੀਅਲ ਹੈਗਾ। ਇਸ ਤੋਂ ਬਾਅਦ ਫਿਰ ਬਸ ਲਾਈਕ ਨਵੰਬਰ ਤੇ ਫੈਬਰੀ ਇਨਟੇਕ ਹੈ। ਬਟ ਅਗਰ ਤੁਹਾਡਾ ਗੈਪ ਬਣ ਰਿਹਾ ਤਾਂ ਮੈਂ ਇਹੀ ਕਹੂੰਗਾ ਵੀ ਤੁਸੀਂ ਜਿਹੜਾ ਹੈਗਾ ਜੁਲਾਈ ਇਨਟੇਕ ਨੂੰ ਅਪਲਾਈ ਕਰਨਾ ਚਾਹੀਦਾ ਸਾਨੂੰ। ਜੀ ਉਮੀਦ ਕਰਦੇ ਹਾਂ ਜਿੰਨੇ ਵੀ ਵਿਊਅਰਸ ਇਸ ਵੀਡੀਓ ਨੂੰ ਦੇਖ ਰਹੇ ਨੇ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਚੁੱਕੇ ਹੋਣਗੇ। ਜੇਕਰ ਹੁਣ ਵੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਰਹਿੰਦਾ ਹੈ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਾਡੇ ਬ੍ਰਾਂਚਸ ਦੇ ਵਿੱਚ, ਤੇ ਤੁਸੀਂ ਹੇਠ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ। ਫ੍ਰੀ ਆਫ ਕਾਸਟ ਕਾਉਂਸਲਿੰਗ ਲੈਣ ਲਈ ਤੁਸੀਂ ਸਟੱਡੀ ਵਰਲਡ ਨੂੰ ਵਿਜ਼ਿਟ ਵੀ ਕਰ ਸਕਦੇ ਹੋ। ਜਲਦੀ ਹਾਜ਼ਰ ਹੋਵਾਂਗੇ ਇੱਦਾਂ ਦੀ ਨਵੀਂ ਵੀਡੀਓਜ਼ ਅਤੇ ਨਵੀਂ ਅਪਡੇਸ਼ਨਸ ਲੈ ਕੇ। ਉਦੋਂ ਤੱਕ ਜੁੜੇ ਰਹੋ ਸਾਡੇ ਇਸ ਚੈਨਲ ਨਾਲ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੁਸੀਂ ਨਾ